ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਇਸ YouTube ਚੈਨਲ 'ਤੇ। ਤਾਂ ਦੋਸਤੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ ਕਲਾਸ +1 ਦੀ ਫਸਟ ਚੈਪਟਰ ਦੀ ਡੀ ਐਕਸਰਸਾਈਜ਼। ਇਸ ਤੋਂ ਪਹਿਲਾਂ ਆਪਾਂ 3 ਐਕਸਰਸਾਈਜ਼ ਕਰ ਲਈਆਂ ਸੀ ABC, ਜਿਸ ਦੇ ਆਪਾਂ ਕੁਐਸਚਨ ਵੀ ਕਰੇ ਸੀ ਤੇ ਇੰਟਰੋਡਕਸ਼ਨ ਵੀ ਕਰ ਲਈ ਸੀ। ਅੱਜ ਆਪਾਂ ਐਕਸਰਸਾਈਜ਼ 1D ਦੀ ਇੰਟਰੋਡਕਸ਼ਨ ਸਟਾਰਟ ਕਰਾਂਗੇ ਜੀ ਇਸ ਲੈਕਚਰ ਦੇ ਵਿੱਚ। ਤਾਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਸਾਰੇ ਬੱਚਿਆਂ ਨੇ ਤੇ ਸਮਝਣਾ ਹੈ। ਤਾਂ ਦੇਖੋ ਇੰਟਰੋਡਕਸ਼ਨ ਵਿੱਚ ਜਿਹੜਾ ਆਪਣਾ ਫਸਟ ਟੌਪਿਕ ਹੈ ਜੀ ਉਹ ਹੈ ਜੀ ਯੂਨੀਅਨ ਐਂਡ ਇੰਟਰਸੈਕਸ਼ਨ ਆਪਰੇਸ਼ਨਸ, ਯਾਨੀ ਕਿ ਦੋ ਸੈੱਟ ਦੀ ਯੂਨੀਅਨ ਤੇ ਉਹਨਾਂ ਦੀ ਇੰਟਰਸੈਕਸ਼ਨ। ਠੀਕ ਹੈ ਜੀ। ਤਾਂ ਬੜੇ ਹੀ ਧਿਆਨ ਨਾਲ ਸੁਣਨਗੇ ਦੇਖਣਗੇ ਸਾਰੇ ਬੱਚੇ। ਫਸਟ ਹੈ ਜੀ ਯੂਨੀਅਨ ਆਫ ਟੂ ਸੈਟਸ। ਹੁਣ ਕੰਸੀਡਰ ਕਰ ਲੈਣਾ ਜੇ ਆਪਾਂ ਵੀ ਆਪਣੇ ਕੋਲ ਦੋ ਸੈੱਟ ਨੇ, ਲੈਟ A ਐਂਡ B B2 ਸੈਟਸ। ਆਪਣੇ ਕੋਲ ਸਪੋਜ਼ ਕਰ ਲਓ A ਤੇ B ਦੋ ਸੈੱਟ ਨੇ, ਤਾਂ ਯੂਨੀਅਨ ਨੂੰ ਆਪਾਂ ਕਿਸ ਤਰ੍ਹਾਂ ਲਿਖਾਂਗੇ ਜੀ A ਯੂਨੀਅਨ B, ਇਸ ਤਰੀਕੇ ਨਾਲ। ਠੀਕ ਹੈ ਜੀ। ਇਹਨੂੰ ਕਿਸ ਤਰ੍ਹਾਂ ਆਪਾਂ ਰੀਡ ਕਰਾਂਗੇ ਜੀ, ਐਸ ਰੀਡ ਐਜ਼ A ਯੂਨੀਅਨ B। ਠੀਕ ਹੈ ਜੀ। ਇਸ ਤਰ੍ਹਾਂ ਰੀਡ ਕਰਾਂਗੇ ਤੇ ਇਸ ਤਰ੍ਹਾਂ ਰਾਈਟ ਕਰਾਂਗੇ। ਆਪਾਂ ਜੀ ਰਾਈਟ ਕੀਤਾ ਇਸ ਤਰ੍ਹਾਂ। ਠੀਕ ਹੈ ਜੀ। A ਯੂਨੀਅਨ B ਨੂੰ ਕਲੀਅਰ ਹੈ ਜੀ। ਤਾਂ ਫਿਰ ਕੀ ਹੋਏਗਾ ਜੀ, ਦੈਨ A ਯੂਨੀਅਨ B is the set of all those elements which either belongs to A or B or both A and B। ਜਾਂ ਤਾਂ A ਨੂੰ ਬਿਲੋਂਗ ਕਰਦੇ ਹੋਣ A ਸੈੱਟ ਨੂੰ, ਜਾਂ B ਸੈੱਟ ਨੂੰ, ਜਾਂ ਫਿਰ ਦੋਨਾਂ ਸੈੱਟ ਨੂੰ ਬਿਲੋਂਗ ਕਰਦੇ ਹੋਣ। ਉਹ ਕੀ ਹੋਏਗਾ ਜੀ, ਦੋ ਸੈੱਟ ਦੀ ਯੂਨੀਅਨ ਹੋਏਗੀ। ਕਲੀਅਰ ਹੈ ਜੀ। ਹਾਂਜੀ। ਜੇਕਰ ਆਪਾਂ A ਯੂਨੀਅਨ B ਨੂੰ ਸੈੱਟ ਬਿਲਡਰ ਫਾਰਮ ਵਿੱਚ ਲਿਖਾਂਗੇ ਤਾਂ ਕੀ ਆ ਜਾਏਗਾ ਜੀ x ਕੀ ਹੈ ਜੀ, x ਬਿਲੋਂਗਸ ਟੂ A ਔਰ x ਬਿਲੋਂਗਸ ਟੂ B। ਇਹ ਤਾਂ A ਸੈੱਟ ਨੂੰ ਬਿਲੋਂਗ ਕਰਦਾ ਹੈ ਜਾਂ ਫਿਰ B ਸੈੱਟ ਨੂੰ ਬਿਲੋਂਗ ਕਰਦਾ ਹੈ, ਦੈਟਸ ਇਟ। ਠੀਕ ਹੈ ਜੀ। ਤੇ ਜੇਕਰ ਆਪਾਂ ਇਹਨੂੰ ਵੈਨ ਡਾਇਗਰਾਮ ਦੇ ਫਾਰਮ ਦੇ ਵਿੱਚ ਲਿਖਾਂਗੇ, ਵੈਨ ਡਾਇਗਰਾਮ ਕੀ ਰਾਜੇ, ਇੱਕ ਵੈਨ ਡਾਇਗਰਾਮ ਆਪਾਂ ਜਿਓਮੈਟਰੀਕਲੀ ਰੀਪ੍ਰਜੈਂਟ ਕਰ ਸਕਦੇ ਹਾਂ ਕਿਸੇ ਵੀ ਸੈੱਟ ਨੂੰ ਜਾਂ ਫਿਰ ਉਹਨਾਂ ਦੀ ਯੂਨੀਅਨ ਇੰਟਰਸੈਕਸ਼ਨ ਕਿਸੇ ਵੀ ਫਾਰਮ ਨੂੰ। ਠੀਕ ਹੈ ਜੀ। ਸਪੋਜ਼ ਕਰ ਲਓ ਜੀ ਆਪਣੇ ਕੋਲ ਕੋਈ ਸੈੱਟ ਹੈ ਜੀ A ਹੈ ਤੇ ਆਹ ਕੋਈ ਸੈੱਟ ਹੈ ਜੀ B ਹੈ। ਠੀਕ ਹੈ ਜੀ। ਹੁਣ ਇਹਦੇ 'ਚ ਕੀ ਉਹ ਸਾਰੇ ਐਲੀਮੈਂਟ ਆਉਣਗੇ ਜਿਹੜੇ A B ਜਾਂ ਫਿਰ ਦੋਨਾਂ ਨੂੰ। ਆਹ ਦੇਖੋ ਆਹ ਵਾਲਾ ਰੀਜ਼ਨ ਜਿਹੜਾ ਹੈਗਾ ਜੀ ਇਕੱਲਾ A ਨੂੰ ਬਿਲੋਂਗ ਕਰਦਾ ਪਿਆ। ਠੀਕ ਹੈ ਜੀ। ਸ਼ੇਡਡ ਕਰ ਦਿੰਦੇ ਹਾਂ ਆਪਾਂ। ਆਹ ਰੀਜ਼ਨ ਜਿਹੜਾ ਸਿਰਫ ਓਨਲੀ ਸੈੱਟ A ਨੂੰ ਬਿਲੋਂਗ ਕਰ ਰਿਹਾ। ਕਲੀਅਰ ਹੈ ਜੀ। ਜਿਹੜਾ ਆਹ ਵਾਲਾ ਰੀਜ਼ਨ ਹੈਗਾ ਜੀ ਉਹ ਸਿਰਫ ਸੈੱਟ B ਨੂੰ ਰੀਪ੍ਰਜੈਂਟ ਕਰ ਰਿਹਾ। ਸਿਰਫ B ਸੈੱਟ ਦੇ ਐਲੀਮੈਂਟ ਇਹਦੇ ਵਿੱਚ ਆ ਰਹੇ ਨੇ। ਠੀਕ ਹੈ ਜੀ। ਤੇ ਜਿਹੜਾ ਆਹ ਵਾਲਾ ਰੀਜ਼ਨ ਹੈਗਾ ਜੀ ਇਹ ਦੋਨਾਂ ਨੂੰ ਰੀਪ੍ਰਜੈਂਟ ਕਰ ਰਿਹਾ ਜੀ, A ਤੇ B ਦੋਨਾਂ ਨੂੰ। ਦੇਖੋ ਆ ਜਾਂ ਤਾਂ ਫਿਰ A ਨੂੰ ਬਿਲੋਂਗ ਕਰਦਾ ਹੈ ਜਾਂ B ਨੂੰ ਜਾਂ ਫਿਰ ਦੋਨਾਂ ਨੂੰ, ਯਾਨੀ ਕਿ ਇਹ ਸਾਰੇ ਐਲੀਮੈਂਟ ਹੀ ਜਿਹੜਾ ਸ਼ੇਡਡ ਰੀਜ਼ਨ ਹੈਗਾ ਇਹ ਸਾਰਾ ਰੀਜ਼ਨ ਹੀ ਆ ਜਾਏਗਾ A ਯੂਨੀਅਨ B ਦੇ ਵਿੱਚ। ਕਲੀਅਰ ਹੈ ਜੀ। ਇਹ ਸੀਗੀ ਆਪਣੀ A ਯੂਨੀਅਨ B। ਕਲੀਅਰ ਹੈ ਜੀ। ਹਾਂਜੀ। ਜੇਕਰ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖਣੀ ਹੈ ਤਾਂ ਉਹਦੇ ਬਾਰੇ ਦੱਸ ਦਿੰਦੇ ਹਾਂ। ਸਪੋਜ਼ ਕਰ ਲਓ ਆਪਣੇ ਕੋਲ A ਐਲੀਮੈਂਟ ਹੈ ਜੀ 1 2 3 4, B ਐਲੀਮੈਂਟ ਹੈ ਜੀ 2 4 6 8, ਇਸ ਨਾਲ ਇੱਕ 5 ਵੀ ਲਿਖ ਲਓ। ਠੀਕ ਹੈ ਜੀ। ਹੁਣ A ਯੂਨੀਅਨ B ਦੇਖੋ ਜੀ, ਜਾਂ ਤਾਂ A ਸੈੱਟ ਨੂੰ ਬਿਲੋਂਗ ਕਰਦਾ ਹੈ ਜਾਂ B ਨੂੰ ਜਾਂ ਫਿਰ ਦੋਨਾਂ ਨੂੰ।
देखो 1 ਜਿਹੜਾ ਹੈਗਾ ਉਹ A ਸੈੱਟ ਨੂੰ ਬਿਲੋਂਗ ਕਰ ਰਿਹਾ ਹੈ, ਠੀਕ ਹੈ ਜੀ। ਤੇ ਉਸ ਤੋਂ ਜਿਹੜਾ 2 ਹੈਗਾ ਉਹ ਦੋਨਾਂ ਨੂੰ ਬਿਲੋਂਗ ਕਰ ਰਿਹਾ ਹੈ। 3 ਹੈਗਾ ਉਹ A ਸੈੱਟ ਨੂੰ ਬਿਲੋਂਗ ਕਰ ਰਿਹਾ, 4 ਦੋਨਾਂ ਨੂੰ ਕਰ ਰਿਹਾ, 5 A ਨੂੰ ਬਿਲੋਂਗ ਕਰ ਰਿਹਾ, 6 B ਨੂੰ ਕਰ ਰਿਹਾ ਤੇ 8 ਵੀ B ਨੂੰ ਕਰ ਰਿਹਾ। ਆ ਜਿਹੜੀ ਹੈਗੀ ਆਪਣੇ ਕੋਲ ਕੀ ਆ ਜਾਏਗੀ ਜੀ, A ਯੂਨੀਅਨ B, ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ A ਯੂਨੀਅਨ B ਫਾਈਂਡ ਆਊਟ ਕਰ ਸਕਦੇ ਹਾਂ ਜਾਂ ਰਾਈਟ ਕਰ ਸਕਦੇ ਹਾਂ। ਕਲੀਅਰ ਹੈ ਜੀ? ਹਾਂਜੀ। ਇਸ ਤੋਂ ਬਾਅਦ ਹੈ ਜੀ ਆਪਣੇ ਕੋਲ ਇੰਟਰਸੈਕਸ਼ਨ। ਨੈਕਸਟ ਟੌਪਿਕ ਹੈ ਜੀ ਆਪਣੇ ਕੋਲ ਇੰਟਰਸੈਕਸ਼ਨ। ਹੁਣ ਇੰਟਰਸੈਕਸ਼ਨ ਬੜੇ ਹੀ ਧਿਆਨ ਦੇ ਨਾਲ ਸਮਝਣੀ ਹੈ। ਇਸ ਤੋਂ ਅੱਗੇ ਇੱਕ ਟੌਪਿਕ ਆਪਾਂ ਨੂੰ ਕਲੀਅਰ ਹੋਗਾ ਨਾ ਅੱਛੀ ਤਰੀਕੇ ਨਾਲ, ਬਾਕੀ ਜਿਹੜੇ ਟੌਪਿਕ ਨੇ ਬਿਲਕੁਲ ਸੇਮ ਇਹਦੇ ਨਾਲ ਦੇ ਆ, ਸਿਰਫ ਥੋੜ੍ਹਾ ਥੋੜ੍ਹਾ ਡਿਫਰੈਂਸ ਹੈ ਜੀ। ਬੜੇ ਹੀ ਧਿਆਨ ਦੇ ਨਾਲ ਦੇਖਣਾ ਹੈ। ਕਹਿੰਦੇ ਇੰਟਰਸੈਕਸ਼ਨ ਕੀ ਹੁੰਦਾ ਜੀ, ਜਿਹੜੇ ਸਿਰਫ ਉਹਨਾਂ ਦੋ ਸੈੱਟ ਦੇ ਵਿੱਚ ਕਾਮਨ ਐਲੀਮੈਂਟਸ ਹੋਣ, ਜਿਹੜੇ ਸਿਰਫ ਦੋਨਾਂ ਨੂੰ A ਅਤੇ B ਦੋਨਾਂ ਨੂੰ ਹੀ ਬਿਲੋਂਗ ਕਰਦੇ ਹਨ। ਜਿਸ ਤਰ੍ਹਾਂ ਆਪਾਂ ਵੈਨ ਡਾਇਗਰਾਮ 'ਚ ਦੇਖੀਏ ਤਾਂ ਜਿਹੜਾ ਆ ਰੀਜ਼ਨ ਸੀਗਾ ਨਾ, ਇਹ A ਤੇ B ਦੋਨਾਂ ਨੂੰ ਬਿਲੋਂਗ ਕਰ ਰਿਹਾ, ਯਾਨੀ ਕਿ ਆ ਜਿਹੜਾ ਇਹਨਾਂ ਦਾ ਰੀਜ਼ਨ ਹੈ ਇਹ ਕੀ ਆਵੇਗਾ ਜੀ, ਫਿਰ ਇਹਨਾਂ ਦਾ ਇੰਟਰਸੈਕਸ਼ਨ ਆਏਗੀ, ਠੀਕ ਹੈ ਜੀ। ਆਪਾਂ ਇਹਦੇ ਲਿਖਾਂਗੇ ਲੈਟ A ਐਂਡ B be two sets, then A intersection B। ਇਸ ਤਰੀਕੇ ਨਾਲ ਆਪਾਂ ਇਹਨੂੰ ਰਾਈਟ ਕਰਨਾ ਹੈ। A intersection B read as A intersection B, ठीक है जी। इस तरह आप रीड करना है, is the set of all those, is the set of all those elements which belongs to both A and B, ਜਿਹੜੇ A ਅਤੇ B ਦੋਨਾਂ ਨੂੰ ਬਿਲੋਂਗ ਕਰਦੇ ਹੋਣ, ਉਹ ਜਿਹੜੇ ਹੈਗੇ ਨੇ ਇਹਦੇ ਵਿੱਚ ਆਪਣੇ ਐਲੀਮੈਂਟ ਆਉਣਗੇ। ਕਲੀਅਰ ਹੈ ਜੀ। ਜੇ ਤੋਂ ਐਗਜ਼ਾਮਪਲ ਤੋਂ ਦੇਖਿਆ ਜਾਏ ਤਾਂ ਹਲਕੀ ਦੇਖੋ, ਇੱਕ 2 ਹੈਗਾ ਜਿਹੜਾ ਦੋਨਾਂ ਨੂੰ ਬਿਲੋਂਗ ਕਰ ਰਿਹਾ ਤੇ ਇੱਕ 4 ਹੈਗਾ ਜਿਹੜਾ ਦੋਨਾਂ ਨੂੰ ਬਿਲੋਂਗ ਕਰ ਰਿਹਾ, ਯਾਨੀ ਕਿ 2 ਤੇ 4 ਇੰਟਰਸੈਕਸ਼ਨ ਆ ਜਾਏਗੀ ਫਿਰ ਇੱਥੋਂ, ਇਸ ਐਗਜ਼ਾਮਪਲ ਦੀ ਆਪਾਂ ਕਰੀਏ ਤਾਂ, ਠੀਕ ਹੈ ਜੀ। ਵੈਨ ਡਾਇਗਰਾਮ ਜਿਹੜੀ ਹੈਗੀ ਆਪਾਂ ਨੈਕਸਟ ਪੇਜ 'ਤੇ ਬਣਾ ਦਿੰਦੇ ਹਾਂ ਜੀ। ਵੈਨ ਡਾਇਗਰਾਮ ਕੀ ਬਣੇਗੀ ਜੀ ਇਹਦੀ, ਇਸ ਤਰ੍ਹਾਂ ਜੇਕਰ ਇਹ ਸਪੋਜ਼ ਕਰ ਲਓ ਜੀ ਆਪਣੇ ਕੋਲ A ਸੈੱਟ ਹੈ ਤੇ ਇਹ ਆਪਣੇ ਕੋਲ ਕੀ ਹੈ ਜੀ B ਸੈੱਟ ਹੈ, ਤੇ ਫਿਰ ਜਿਹੜਾ ਇਹਨਾਂ ਦਾ ਕਾਮਨ ਹਿੱਸਾ ਹੈਗਾ ਰਿਹਾ, ਕਾਮਨ ਪੋਰਸ਼ਨ ਹੈਗਾ, ਇਹ ਕੀ ਹੋਵੇਗੀ ਜੀ, A ਇੰਟਰਸੈਕਸ਼ਨ B। ਕਲੀਅਰ ਹੈ ਜੀ? ਹਾਂਜੀ, ਇਹ ਇਹਨਾਂ ਦੀ ਆ ਗਈ ਇੰਟਰਸੈਕਸ਼ਨ, ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਡਿਫਰੈਂਸ ਆਫ ਟੂ ਸੈੱਟ। ਦੋ ਸੈੱਟ ਦਾ ਡਿਫਰੈਂਸ, ਇਹ ਵੀ ਸੇਮ ਡੈਫੀਨੇਸ਼ਨ ਹੈ, ਬਿਲਕੁਲ ਸਿੰਪਲ, ਬੜੇ ਹੀ ਧਿਆਨ ਨਾਲ ਦੇਖਣਾ ਹੈ ਜੀ। ਕਹਿੰਦੇ ਲੈਟ, ਮੰਨ ਲਓ ਲੈਟ A ਐਂਡ B be two sets, then A minus B, ਯਾਨੀ ਕਿ A ਦੇ ਵਿੱਚ ਜਦੋਂ ਆਪਾਂ B ਮਾਈਨਸ ਕਰਦੇ ਹਾਂ, ਡਿਫਰੈਂਸ ਦੇਖੋ A ਮਾਈਨਸ B ਵੀ ਹੋ ਸਕਦਾ ਹੈ, B ਮਾਈਨਸ A ਵੀ ਹੋ ਸਕਦਾ ਹੈ, ਪਰ ਆਪਾਂ ਪਹਿਲਾਂ A ਮਾਈਨਸ B ਦਾ ਲਿਖਦੇ ਹਾਂ। ਕਹਿੰਦੇ A ਮਾਈਨਸ B is the set of all those elements of set A, set A ਦੇ which belongs to set A not B, ਜਿਹੜੇ ਸਿਰਫ A ਨੂੰ ਕਰਨ B ਨੂੰ ਨਾ ਕਰਨ, which are not in the set B। ਕਹਿੰਦੇ A ਸੈੱਟ ਦੇ ਉਹ ਸਾਰੇ ਐਲੀਮੈਂਟ ਜਿਹੜੇ B ਦੇ ਵਿੱਚ ਨਾ ਹੋਣ, ਯਾਨੀ ਕਿ A ਸੈੱਟ ਦੇ ਹੋਣ ਪਰ B ਦੇ ਨਾ ਹੋਣ, ਠੀਕ ਹੈ ਜੀ। B ਸੈੱਟ ਦੇ ਵਿੱਚ ਪ੍ਰੈਜ਼ੈਂਟ ਨਾ ਹੋਣ। ਜੇਕਰ ਆਪਾਂ ਵੈਨ ਡਾਇਗਰਾਮ ਤੋਂ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਤੇ ਇਹ ਸਪੋਜ਼ ਕਰ ਲਓ A ਸੈੱਟ ਹੈ, ਇਹ B ਹੈ, ਸਿਰਫ A ਸੈੱਟ ਦੇ ਐਲੀਮੈਂਟ ਸਿਰਫ A ਨੂੰ ਬਿਲੋਂਗ ਕਰ, B ਨੂੰ ਨਾ ਕਰ, ਇਸ ਤਰ੍ਹਾਂ ਆਹ ਵਾਲੇ ਪਿੱਛੇ ਵਾਲੇ, ਠੀਕ ਹੈ ਜੀ। ਆਲੇ ਐਲੀਮੈਂਟ ਆ ਜਾਣਗੇ।
ਆ ਜਿਹੜਾ ਕਾਮਨ ਪੋਰਸ਼ਨ ਵੀ ਤੇ ਬੀ ਵਾਲਾ, ਕਿਉਂਕਿ ਇਹ ਜਿਹੜਾ ਕਾਮਨ ਹੈਗਾ ਇਹਦੇ ਵਿੱਚ ਬੀ ਸੈੱਟ ਵੀ ਤਾਂ ਹੈਗਾ ਇਨਵੋਲਵ। ਸਿਰਫ ਆਪਾਂ ਏ ਵਾਲੇ ਐਲੀਮੈਂਟ ਲੈਣੇ ਆ ਵਾਲੇ, ਆ ਸੈੱਟ ਆ ਜਾਏਗਾ ਆਪਣੇ ਕੋਲ। ਕਲੀਅਰ ਹੈ ਜੀ? ਹਾਂਜੀ ਇਸ ਤਰ੍ਹਾਂ ਇਹ ਆ ਗਿਆ ਆਪਣੇ ਕੋਲ ਜੀ a ਮਾਈਨਸ ਬੀ। ਜੇਕਰ ਆਪਾਂ ਇਥੋਂ b ਮਾਈਨਸ a ਲਿਖਣਾ ਹੈ ਤਾਂ ਇਜ਼ ਅ ਸੈਟ ਆਫ ਆਲ ਦੋਜ਼ ਐਲੀਮੈਂਟ ਆਫ ਸੈਟ b ਵਿਚ ਆਰ ਨੋਟ ਇਨ ਦਾ ਸੈਟ a, ਜਿਹੜਾ ਕਿ a ਸੈਟ ਦੇ ਵਿੱਚ ਨਾ ਹੋਵੇ। a ਕੀ ਹੈ ਜੀ? a ਮਾਈਨਸ b। ਜੇਕਰ ਆਪਾਂ b ਮਾਈਨਸ a ਲਿਖਣਾ ਹੋਏ ਇੱਥੇ ਲਿਖ ਦਿੰਦੇ ਆ ਜੀ ਇਹ ਸੈਟ a ਹੈ, ਇਹ ਸੈਟ b ਹੈ, ਫਿਰ ਆਹ ਵਾਲੇ ਐਲੀਮੈਂਟ ਆ ਜਾਣਗੇ ਜੀ। ਇਹ ਕੀ ਹੈ ਜੀ? b ਮਾਈਨਸ a ਆ ਜਾਏਗਾ। ਕਲੀਅਰ ਹੈ ਜੀ? ਇਹ ਸੀਗਾ ਆਪਣੇ ਕੋਲ ਡਿਫਰੈਂਸ ਆਫ ਟੂ ਸੈਟਸ। ਠੀਕ ਹੈ ਜੀ। ਜੇਕਰ ਆਪਾਂ ਇਹਨੂੰ ਲਿਖਣਾ ਹੋਵੇ ਸੈਟ ਬਿਲਡਰ ਫਾਰਮ ਦੇ ਵਿੱਚ ਤਾਂ ਆਪਾਂ ਕੀ ਲਿਖਾਂਗੇ ਜੀ? a ਮਾਈਨਸ b ਜਿਹੜਾ ਹੈਗਾ ਇਹਨੇ ਪਹਿਲਾਂ x ਬਿਲੋਂਗਸ ਟੂ a ਨੂੰ ਬਿਲੋਂਗ ਕਰਦਾ ਹੈ ਤੇ x ਡਜ਼ ਨਾਟ ਬਿਲੋਂਗਸ ਟੂ b, x b ਨੂੰ ਬਿਲੋਂਗ ਨਹੀਂ ਕਰਦਾ। ਤਾਂ ਇੱਥੇ ਆਪਾਂ ਲਿਖਾਂਗੇ ਤੇ ਕੀ ਆਏਗਾ ਜੀ? b ਮਾਈਨਸ a ਇਜ਼ ਇਕੁਅਲ ਟੂ x ਬਿਲੋਂਗਸ ਟੂ b ਐਂਡ x ਡਜ਼ ਨਾਟ ਬਿਲੋਂਗਸ ਟੂ a। ਕਲੀਅਰ ਹੈ? ਇਹ ਆ ਗਿਆ ਆਪਣੇ ਕੋਲ ਡਿਫਰੈਂਸ ਆਫ ਟੂ ਸੈਟ। ਨੈਕਸਟ ਹੈ ਜੀ ਆਪਣੇ ਕੋਲ ਡਿਸਜੁਆਇੰਟ ਸੈਟ। ਡਿਸਜੁਆਇੰਟ ਤੋਂ ਨਾਮ ਤੋਂ ਹੀ ਕਲੀਅਰ ਹੈ ਜਿਹੜੇ ਆਪਸ ਵਿੱਚ ਜੁਆਇੰਟ ਨਾ ਹੋਣ। ਠੀਕ ਹੈ ਜੀ। ਜਿਹੜੇ ਜੁਆਇੰਟ ਨਹੀਂ ਤੇ ਫਿਰ ਉਹਨਾਂ ਦੀ ਇੰਟਰਸੈਕਸ਼ਨ ਕੀ ਹੋਏਗੀ ਜੀ? ਫਾਈ। ਕਹਿੰਦੇ ਵੈਨ ਟੂ ਸੈਟਸ ਹੈਵ ਨੋ ਕਾਮਨ ਐਲੀਮੈਂਟ ਦੇ ਆਰ ਕਾਲਡ ਡਿਸਜੁਆਇੰਟ ਸੈਟ। ਜਦੋਂ ਉਹਨਾਂ ਦੇ ਵਿੱਚ ਕੋਈ ਵੀ ਕਾਮਨ ਐਲੀਮੈਂਟ ਨਾ ਹੋਵੇ। ਵੈਨ ਟੂ ਸੈਟਸ ਹੈਵ ਨੋ ਕਾਮਨ ਐਲੀਮੈਂਟ, ਜਦੋਂ ਉਹਨਾਂ ਦੇ ਵਿੱਚ ਕਾਮਨ ਐਲੀਮੈਂਟ ਨਾ ਹੋਵੇ ਦੇ ਆਰ ਕਾਲਡ ਡਿਸਜੁਆਇੰਟ ਸੈਟ। ਯਾਨੀ ਕਿ a ਤੇ ਇੰਟਰਸੈਕਸ਼ਨ b ਫਿਰ ਕੀ ਹੋਵੇਗੀ ਜੀ? ਫਾਈ ਹੋਵੇਗੀ। ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਔਰ ਇਹ ਸੈਟ a ਹੈ ਤੇ ਇਹ b ਹੈ, ਇਹ ਆਪਸ ਜੁਆਇੰਟ ਨਹੀਂ ਹੈਗੇ ਤੇ ਫਿਰ ਇਹਨਾਂ ਦੀ ਇੰਟਰਸੈਕਸ਼ਨ ਕੀ ਹੋਏਗੀ ਜੀ? ਫਾਈ ਹੋਵੇਗੀ। ਵੋਇਡ ਸੈਟ ਹੋਏਗੀ, ਨਲ ਸੈਟ ਹੋਏਗੀ। ਕਲੀਅਰ ਹੈ ਜੀ? ਹਾਂਜੀ ਇਸ ਤਰ੍ਹਾਂ ਆਪਾਂ ਵੈਨ ਡਾਇਗਰਾਮ ਬਣਾ ਸਕਦੇ ਹਾਂ। ਇਹ ਦੋ ਸੈੱਟ ਜਿਹੜੇ ਹੈਗੇ ਨੇ ਇਹ ਹਮੇਸ਼ਾ ਯੂਨੀਵਰਸਲ ਸੈੱਟ ਦਾ ਹਿੱਸਾ ਹੁੰਦੇ ਨੇ, ਯੂਨੀਵਰਸਲ ਸੈੱਟ ਦੇ ਸਬਸੈੱਟ ਹੁੰਦੇ ਨੇ। ਠੀਕ ਹੈ ਜੀ। ਇਹ ਹਮੇਸ਼ਾ ਜਿਹੜੇ ਵੀ ਸੈੱਟ ਦੀ ਆਪਾਂ ਗੱਲ ਕਰ ਰਹੇ ਹਾਂ। ਕਲੀਅਰ ਹੈ ਜੀ? ਹਾਂਜੀ। ਨੈਕਸਟ ਹੈ ਜੀ ਆਪਣੇ ਕੋਲ ਕੰਪਲੀਮੈਂਟ ਆਫ ਏ ਸੈੱਟ। ਨੈਕਸਟ ਹੈ ਜੀ ਆਪਣੇ ਕੋਲ ਕੰਪਲੀਮੈਂਟ ਆਫ ਏ ਸੈੱਟ। ਠੀਕ ਹੈ ਜੀ। ਹੁਣ ਕੰਪਲੀਮੈਂਟ ਕੀ ਹੁੰਦਾ ਜੀ? ਆਪਣੇ ਕੋਲ ਸਪੋਜ਼ ਕਰ ਲਓ ਕੋਈ ਯੂਨੀਵਰਸਲ ਸੈੱਟ ਹੈ ਜੀ U ਤੇ ਕੋਈ ਸੈੱਟ ਹੈ ਆਪਾਂ ਨੂੰ ਗਿਵਨ ਹੈ ਜੀ A, ਤਾਂ ਫਿਰ A ਦਾ ਕੰਪਲੀਮੈਂਟ ਆਪਾਂ ਫਾਈਂਡ ਆਊਟ ਕਰਾਂਗੇ। ਕਹਿੰਦੇ A ਕੰਪਲੀਮੈਂਟ ਦੇ ਵਿੱਚ ਉਹ ਸਾਰੇ ਐਲੀਮੈਂਟ ਆ ਜਾਣਗੇ ਜਿਹੜੇ U ਦੇ ਸਾਰੇ ਐਲੀਮੈਂਟ ਜਿਹੜੇ A ਦੇ ਵਿੱਚ ਪ੍ਰੈਜ਼ੈਂਟ ਨਾ ਹੋਣ। ਠੀਕ ਹੈ। ਜਿਹੜੇ A 'ਚ ਹੋਣ ਉਹ ਨਹੀਂ ਆਉਣੇ ਵਿੱਚ। ਸਿਰਫ ਕੀ ਲਿਖਾਂਗੇ? ਹੁਣ ਸਪੋਜ਼ ਕਰ ਲਓ ਲੈਟ U be the universal set and A is a subset of U। A ਕੀ ਹੈ? U ਦਾ subset ਹੈ। Then the complement of set A is the set of all those elements of U which are not in set A, ਜਿਹੜਾ ਕਿ set A ਦੇ ਵਿੱਚ ਨਹੀਂ ਹੈਗੇ। ਯੂਨੀਵਰਸਲ ਸੈੱਟ ਦੇ ਉਹ ਸਾਰੇ ਐਲੀਮੈਂਟ। ਠੀਕ ਹੈ ਜੀ। ਆਪਾਂ ਇਸ ਨੂੰ A ਦੇ ਉੱਪਰ ਆਪਾਂ C ਲਿਖ ਦਿੰਦੇ ਹਾਂ ਜਾਂ ਫਿਰ
ए डैश लिख दिंदे आ, इस तरह आप रिप्रजेंट करते हैं। या फिर अपन यू माइनस ए भी लिख सकते हैं, डिफरेंस लिख सकते हैं। यू यूनीवर्सल सैट के ए सैट आप की करता माइनस। क्लीयर है जी? हाँ जी। हुण सपोज कर लो इनू आप एग्जाम्पल नाल समझने की कोशिश करते हैं जी। जिवें सपोज कर लो यूनीवर्सल सैट अपने को गिवन है जी 1 2 3 4 5 6 7 8 9 10 सपोज कर लो। तो ए सैट अपने को गिवन है जी 1 2 3 4। ठीक है जी। तो फिर जो ए कंप्लीमेंट होएगा वो यूनीवर्सल सैट ते वो सारे एलीमेंट आउणगे, पर ਜਿਹੜੇ ए सैट वाले हैगे ने ए की हो जाएंगे जी माइनस, यानी कि ए नहीं आने। अब 1 दोनों च हैगा ये नहीं आना जी, 2 भी कैंसल, 3 भी, 4 भी, फिर की रहेंगे जी 5 6 7 8 9 ते 10। ए की आ जाएगा जी ए कंप्लीमेंट। क्लीयर है जी? जे आप अगेन इनका कंप्लीमेंट लवांगे फिर वही सैट ए ही आ जाएगा, क्योंकि फिर यूनीवर्सल सैट के विचों ए सैट माइनस करांगे, ये 5 6 7 8 9 10 आपस कैंसल हो जाएंगे, 1 2 3 4 रहेंगे। किसी सैट के कंप्लीमेंट का कंप्लीमेंट वही सैट होंगे। क्लीयर है जी? हाँ जी। नैक्सट है जी अपने को जी सिमेट्रिक डिफरेंस। नाले एक गल हो, जेकर आप कोई सैट ए तो उनके कंप्लीमेंट इन्होंने दोनों के यूनीयन लिखांगे ना तो फिर यूनीवर्सल सैट बनेगी। ठीक है जी? ए यूनियन ए कंप्लीमेंट इज इक्वल टू यू। क्लियर है जी? हाँ जी। नेक्स्ट है जी अपने को टॉपिक सिमेट्रिक डिफरेंस। सिमेट्रिक डिफरेंस की हुंदा जी? इस तो पहला आपां डिफरेंस ऑफ टू सैट पढ़िया सीगा, ए माइनस बी तो बी माइनस ए। ये बस उन्होंने ए माइनस बी तो बी माइनस ए जिहड़े अपने कोल दो सैट आउणगे उन्हां दी जिहड़ी यूनीयन हुंदी है वो की हुंदी है जी सिमेट्रिक डिफरेंस। ठीक है जी? यानी कि सिमेट्रिक डिफरेंस दे विच सिर्फ सैट ए ते सैट बी दे एलीमेंट्स ओनली आउंदे ने, जिहड़े उन्हां दे कॉमन एलीमेंट हुंदे ने वो नहीं आपां इहदे विच इनवॉल्व होंदे। ठीक है जी? अपने इस तरह गिवन है लेट A and B be two sets, then set A minus B union B minus A is called symmetric difference। ए माइनस बी तो बी माइनस ए उन्होंने आप की लिखते हैं जी सिमेट्रिक डिफरेंस। तो इसनों किस तरीके नाल रिप्रजेंट या डिनोट किया जाता है जी ए डेल्टा बी ना। ठीक है जी? ए डेल्टा बी ना आप की लिखते हैं जी सिमेट्रिक डिफरेंस ऑफ ए एंड बी। क्लीयर है जी? जेकर आप इतने वेन डायग्राम नाल शो करने की कोशिश करिए तो की आ जाएगा जी आ जो पोर्शन है जी ये कितना होंगे जी ए माइनस बी। जेकर अपने को ए सैट ए है तो ए बी है, ਜਿਹੜਾ ਆ ਵਾਲਾ पोर्शन है जी ये की होंगे जी बी माइनस ए। तो जेकर आप इन्होंने दोनों कंबाइन कर दे तो फिर की आई नहीं होंगी यूनीयन, यानी कि ए माइनस बी यूनीयन बी माइनस ए। ठीक है जी? ये आ जाएगी। क्लीयर है जी? इस तरह ये आ गया अपने को सिमेट्रिक डिफरेंस ऑफ ए एंड बी। इसनों आप ए डेल्टा बी नाल भी डिनोट कर सकते हैं। क्लीयर है जी? ये सी जी अपनी इस एक्सरसाइज की इंट्रोडक्शन। तो नैक्सट लैक्चर के आप इस दे कुछ क्वेश्चन डिस्कस करांगे जी। इस लैक्चर में बड़े ही ध्यान दे नाल तुसीं दोबारा सुन के रिपीट करके सुन सकते हो, समझ सकते हो, तो नैक्सट जो आप लैक्चर करांगे इहदे क्वेश्चन करांगे तुहानूं आसानी नाल क्वेश्चन हो जाए। ठीक है जी? तो थैंक यू दोस्तों, मिलते हैं नैक्सट लैक्चर।